जी आए नूं प्यारे विद्यार्थियों 9th क्लास दी इंग्लिश दी बुक इंग्लिश ग्रामर एंड कंपोजिशन उसका लेसन नंबर 4 कंजंक्शंस या कनैक्टर्स उसकी एक्सरसाइजिज 5th 6th ਅਤੇ 7th इस वीडियो ਵਿੱਚ ਕਰਨ ਜਾ ਰਹੇ ਹਾਂ। ਸੋ ਸਾਰੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ, ਪਰ ਬਾਅਦ ਚੋਂ ਸਾਰੀ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਸੋ ਐਕਸਰਸਾइज 5th ਕਹਿੰਦੀ ਹੈ ਫਿਲ ਇਨ ਦੀ ਬਲੈਂਕਸ ਵਿਦ ਸੂਟੇਬਲ ਕਨੈਕਟਰਸ, ਅਰਥਾਤ ਢੁਕਵੇਂ ਯੋਜਕ ਸ਼ਬਦਾਂ ਦੇ ਨਾਲ ਕਨੈਕਟਰਸ ਦੇ ਨਾਲ ਕੰਜੰਕਸ਼ਨਸ ਦੇ ਨਾਲ ਖਾਲੀ ਸਥਾਨ ਨੂੰ ਭਰੋ। ਸੋ ਦੇਖੀਏ, ਸ਼ੀ ਇਜ਼ ਬਿਊਟੀਫੁਲ ਯੈਟ ਨਾਟ ਵੇਨ। ਵੇਨ ਦਾ ਮਤਲਬ ਹੁੰਦਾ ਹੈ ਅਹੰਕਾਰੀ, ਠੀਕ ਹੈ ਵੀ ਉਹ ਸੋਹਣੀ ਹੈ ਪਰ ਫਿਰ ਵੀ ਉਹਦੇ ਵਿੱਚ ਅਹੰਕਾਰ ਨਹੀਂ ਹੈ, ਫੂਫਾ ਨਹੀਂ ਹੈ, ਠੀਕ ਹੈ। ਦੋ ਹੀ ਇਜ਼ ਪੂਅਰ ਯੈਟ he is honest। ਦੋ ਮਨੇ ਹਾਲਾਂਕਿ, he is poor ਹਾਲਾਂਕਿ ਜਾਂ ਭਾਵੇਂ ਉਹ ਗਰੀਬ ਹੈ ਫਿਰ ਵੀ he is honest ਉਹ ਇਮਾਨਦਾਰ ਹੈ। he is neither an idler nor a gambler। ਗੈਂਬਲ ਹੁੰਦਾ ਜੂਆ ਖੇਡਣਾ ਤੇ ਗੈਂਬਲਰ ਹੁੰਦਾ ਜੁਆਰੀ, ਤੇ ਆਈਡਲ ਹੁੰਦਾ ਵਿਹਲਾ। ਆਈਡਲਰ ਮਨੇ ਵਿਹਲੇ ਟਾਈਮ ਟਪਾਉਣ ਵਾਲਾ, ਮਤਲਬ ਨਿਖੱਟੂ ਕਹ ਲਓ, ਠੀਕ ਹੈ। ਸੋ ਹੀ ਇਜ਼ ਨੀਦਰ ਐਨ ਆਈਡਲਰ ਨੋਰ ਅ ਗੈਂਬਲਰ, ਅਰਥਾਤ ਉਹ ਨਾ ਤੇ ਵਿਹਲੜ ਹੈ ਅਤੇ ਨਾ ਹੀ ਜੁਆਰੀ ਹੈ। he had scarcely reached the school before it began to rain। scarcely ਦੇ ਨਾਲ before ਵਰਤਿਆ ਜਾਂਦਾ ਹੈ, ਜੇ hardly ਹੋਵੇ ਤੇ when ਵਰਤਿਆ ਜਾਂਦਾ, ਠੀਕ ਹੈ। no sooner ਹੋਵੇ ਤੇ then ਵਰਤਿਆ ਜਾਂਦਾ, THAN, ਠੀਕ ਹੈ। ਸੋ ਯਾਦ ਰੱਖਣਾ ਹੈ, ਇਹ ਤੇ ਬੜਾ ਸੌਖਾ ਹੈ। scarcely ਆਏਗਾ ਤੇ ਨਾਲ before ਆਏਗਾ। he had scarcely reached the school, ਅਰਥਾਤ ਉਹ ਹਾਲੇ ਸਕੂਲ ਪਹੁੰਚਿਆ ਹੀ ਸੀ before it began to rain। ਇਹਦਾ ਆਖਰੀ ਅਰਥ ਹੈ ਕਿ ਉਹ ਮੀਂਹ ਸ਼ੁਰੂ ਹੋਣ ਤੋਂ ਇੱਕਦਮ ਪਹਿਲੇ ਹੀ ਸਕੂਲ ਪਹੁੰਚ ਗਿਆ, ਠੀਕ ਹੈ। ਮੀਂਹ ਸ਼ੁਰੂ ਹੋਣ ਤੋਂ ਇੱਕਦਮ ਪਹਿਲੇ ਸਕੂਲ ਪਹੁੰਚ ਗਿਆ। ਤੇ ਅਸੀਂ ਆਮ ਤੌਰ ਤੇ ਕਿੱਦਾਂ ਕਵਾਂਗੇ ਇਸ ਗੱਲ ਨੂੰ, ਜਿੱਲੇ ਇਸ ਢੰਗ ਨਾਲ ਪੇਸ਼ ਕਰਨਾ ਹੋਵੇ ਤੇ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਉਹ ਹਾਲੇ ਸਕੂਲ ਪਹੁੰਚਿਆ ਹੀ ਸੀ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ, ਅਰਥਾਤ ਮੀਂਹ ਵਿੱਚ ਭਿੱਜਣ ਤੋਂ ਬਚ ਗਿਆ, ਸਕੂਲ ਪਹੁੰਚ ਚੁੱਕਾ ਸੀ, ਜਿੱਦਾਂ ਹੀ ਪਹੁੰਚਿਆ ਉਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ। ਸੋ ਉਹਨੂੰ ਅੰਗਰੇਜ਼ੀ ਜਿੱਦਾਂ ਕਹਿੰਦੇ he had scarcely reached the school, ਉਹ ਹਾਲੇ ਸਕੂਲ ਪਹੁੰਚਿਆ ਹੀ ਸੀ before it began to rain, ਅਰਥਾਤ ਮੀਂਹ ਪੈਣ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ, ਮੀਂਹ ਸ਼ੁਰੂ ਹੋਣ ਤੋਂ ਪਹਿਲੇ ਹੀ ਉਹ ਹਾਲੇ ਇੱਕਦਮ ਹਾਲੇ ਸਕੂਲ 'ਚ ਉਹਨੇ ਪੈਰ ਹੀ ਰੱਖਿਆ ਸੀ, ਠੀਕ ਹੈ। ਇਹਦਾ ਮਤਲਬ ਹੈ a month has passed since he came here। since ਦੇਖੋ ਹੁਣ he came here ਕੀ ਹੈਗਾ, ਇਹ point of time ਹੈਗਾ, ਉਹ ਜਦੋਂ ਦਾ ਆਇਆ ਹੈ ਉਦੋਂ ਤੋਂ। a month has passed ਇੱਕ ਮਹੀਨਾ ਬੀਤ ਗਿਆ ਹੈ, ਅਰਥਾਤ ਉਹਦੇ ਆਉਣ ਤੋਂ ਹੁਣ ਤੱਕ ਇੱਕ ਮਹੀਨਾ ਬੀਤ ਗਿਆ ਹੈ। give me water to drink, ਮੈਨੂੰ ਪੀਣ ਲਈ ਪਾਣੀ ਦਿਓ। ਔਰ I shall die of thirst। die of thirst ਮਨੇ ਤੇ ਤੋਂ ਮਰ ਜਾਵਾਂਗਾ, ਠੀਕ ਹੈ। ਜਾਂ give me water to drink else, ਨਹੀਂ ਤੇ I shall die of thirst। ਔਰ ਵੀ ਵਰਤ ਸਕਦੇ ਹਾਂ, else ਵੀ ਵਰਤ ਸਕਦੇ ਹਾਂ, ਇਹਦਾ ਮਤਲਬ ਕਿ ਨਹੀਂ ਤੇ, ਠੀਕ ਹੈ। give me water to drink or I shall die of thirst, ਮੈਨੂੰ ਪਾਣੀ ਪੀਣ ਲਈ ਦਿਓ ਨਹੀਂ ਤੇ ਮੈਂ ਤਿਹਾਇਆ ਤੇ ਨਾਲ ਮਰ ਜਾਵਾਂਗਾ। give me water to drink else I shall die of drink, ਨਹੀਂ ਤੇ ਮੈਂ ਤਿਹਾਇਆ ਮਰ ਜਾਵਾਂਗਾ। she is very honest although she is poor, ਉਹ ਬੜੀ ਇਮਾਨਦਾਰ ਹੈ ਭਾਵੇਂ ਕਿ she is poor, ਉਹ ਗਰੀਬ ਹੈ। although ਦੀ ਜਗ੍ਹਾ ਅਸੀਂ ਦੋ ਵੀ ਵਰਤ ਸਕਦੇ ਹਾਂ, ਠੀਕ ਹੈ। she is very honest, ਉਹ ਬਹੁਤ ਇਮਾਨਦਾਰ ਹੈ, though she is poor, ਹਾਲਾਂਕਿ ਉਹ ਗਰੀਬ ਹੈ। I was so tired, ਮੈਂ ਇੰਨਾ ਥੱਕਿਆ ਹੋਇਆ ਸੀ, that ਕਿ I at once fell asleep, ਕਿ ਮੈਨੂੰ ਇੱਕੋ ਦਮ ਨੀਂਦ ਆ ਗਈ, ਠੀਕ ਹੈ। at once ਮਨੇ ਯਕਦਮ, ਇੱਕੋ ਦਮ, ਪੈਂਦੇ ਸਾਰੀ, fell asleep ਨੀਂਦ ਆ ਗਈ। make hay while the sun shines, ਇਹ ਅਖਾਣ ਹੈਗਾ ਅੰਗਰੇਜ਼ੀ ਦਾ, ਤੇ ਅਸੀਂ ਇਹਨੂੰ ਪੰਜਾਬੀ 'ਚ ਕਹਿ ਦਿੰਦੇ ਹਾਂ ਵੇਲਾ ਸੰਭਾਲੋ, ਹਨਾ, ਮਤਲਬ ਵੇਲੇ ਸਿਰ ਕੰਮ ਕਰੋ। make hay, hay ਹੁੰਦਾ ਬੱਚੋ ਤੂੜੀ, ਘਾਹ ਸੁਕਾਣੀ, ਚਾਰਾ ਪਸ਼ੂਆਂ ਲਈ ਸੁਕਾ ਕੇ ਰੱਖਣਾ, ਤੇ ਫਿਰ ਜਦੋਂ ਮੀਂਹ ਪੈਂਦਾ ਤੇ ਫਿਰ ਉਹ ਤੂੜੀ ਕੰਮ ਆਉਂਦੀ ਹੈ ਸੁੱਕੇ ਦੀ। ਜੇ ਮੀਂਹ ਪੈਣ ਲੱਗ ਜੇ ਫਿਰ ਬੰਦਾ ਤੂੜੀ ਕਿੱਥੋਂ ਲੈ ਕੇ ਆਵੇ। ਸੋ ਕਹਿੰਦੇ ਮੇਕ ਹੈ ਵਾਈਲ ਦੀ ਸਨ ਸ਼ਾਈਨਸ, ਹੁਣ ਮੀਂਹ ਵਿੱਚ ਤੇ ਨਹੀਂ ਸੁਕਾਇਆ ਜਾ ਸਕਦਾ,
ਤੂੜੀ, ਹੈ ਨਾ। ਸੋ ਕਹਿੰਦੇ ਜਦੋਂ ਸੂਰਜ ਚਮਕਦਾ ਹੋਵੇ, ਜਦੋਂ ਧੁੱਪ ਨਿਕਲੀ ਹੋਵੇ ਤਾਂ ਤੂੜੀ ਬਣਾ ਲੈਣੀ ਚਾਹੀਦੀ ਹੈ। ਮੇਕ ਹੈ ਵਾਈਲ ਦੀ ਸਨ ਸ਼ਾਈਨਸ, ਅਰਥਾਤ ਮਤਲਬ ਕਿ ਮੌਕਾ ਹੱਥੋਂ ਨਾ ਜਾਣ ਦਿਓ, ਮੌਕੇ ਨੂੰ ਸੰਭਾਲੋ। ਜਦੋਂ ਜਿਹੜਾ ਕੰਮ ਕਰਨ ਦਾ ਵੇਲਾ ਹੋਵੇ ਉਸ ਵੇਲੇ ਕਰਨਾ ਚਾਹੀਦਾ ਹੈ। ਜਦੋਂ ਵੇਲਾ ਹੱਥੋਂ ਨਿਕਲ ਜਾਏ ਫਿਰ ਉਸ ਕੰਮ ਕੀਤੇ ਦਾ ਕੋਈ ਲਾਭ ਨਹੀਂ ਹੁੰਦਾ। ਸੋ ਇਸ ਗੱਲ ਨੂੰ ਕਹਿਣ ਲਈ ਅਸੀਂ ਅੰਗਰੇਜ਼ੀ ਜਿੱਦਾਂ ਕਹਿੰਦੇ ਹਾਂ ਮੇਕ ਹੈ ਵਾਈਲ ਦੀ ਸਨ ਸ਼ਾਈਨਸ। ਹੀ ਇਜ਼ ਨੀਦਰ ਹਾਰਡ ਵਰਕਿੰਗ ਨੋਰ ਇੰਟੈਲੀਜੈਂਟ। ਹਾਰਡ ਵਰਕਿੰਗ ਹੁੰਦਾ ਹੈ ਮਿਹਨਤੀ, ਇੰਟੈਲੀਜੈਂਟ ਹੁੰਦਾ ਹੈ ਸਿਆਣਾ, ਮਤਲਬ ਬੁੱਧੀਮਾਨ। ਕਹਿੰਦੇ ਹੀ ਇਜ਼ ਨੀਦਰ ਹਾਰਡ ਵਰਕਿੰਗ ਨੋਰ ਇੰਟੈਲੀਜੈਂਟ। ਜਿੱਥੇ ਨੀਦਰ ਆਏਗਾ ਬੱਚੇ ਨਾਲ ਤੇ ਫਿਰ ਨੋਰ ਆਉਂਦਾ ਹੀ ਹੈ, ਠੀਕ ਹੈ, ਕਿਉਂਕਿ ਇਹਨਾਂ ਨੇ ਨੀਦਰ ਦਿੱਤਾ ਹੈ ਤੇ ਸਾਡੇ ਲਈ ਕੰਮ ਸੌਖਾ ਹੋ ਗਿਆ, ਅਸੀਂ ਨੋਰ ਭਰ ਦੇਣਾ ਇੱਥੇ। ਉਹ ਨਾ ਤੇ ਮਿਹਨਤੀ ਹੈ ਤੇ ਨਾ ਹੀ बुद्धिमान है, ना ही दिमाग तो तेज है। चलिए एक्सरसाइज 6, पिक आउट दी सबऑर्डिनेट कंजंक्शंस फ्रॉम दी फॉलोइंग सेंटेंसेस। हेठ लिखे सेंटेंसेस विच जिहड़े सबऑर्डिनेट कंजंक्शंस आए ने उन्हां दी निशानदेही करो। सो निशानदेही मैं बच्चों किद्दां कीती, मैं उन्होंने अंडरलाइन कर दिता है, ठीक है ना। उन्होंने मार्किंग करनी है ना, उन्होंने कि पिक आउट, उन्होंने लांबे करो, अर्थात वो पता लगाओ किहड़े ने। सबऑर्डिनेट कंजंक्शन किहड़े हुंदे ने, ਜਿਹੜੇ ਪ੍ਰਿੰਸੀਪਲ ਕਲੌਜ਼ ਨੂੰ ਸਬਆਰਡੀਨੇਟ ਕਲੌਜ਼ ਦੇ ਨਾਲ ਜੋੜਦੇ ਨੇ, ਠੀਕ ਹੈ। ਸੋ ਲੈਟ ਅਸ ਗੋ ਟੂ ਬੈਡ ਐਜ਼ ਇਟ ਇਜ਼ ਲੇਟ ਨਾਓ। ਕਹਿੰਦੇ ਚਲੋ ਸੌਣ ਚਲੀਏ ਕਿਉਂਕਿ ਹੁਣ ਦੇਰੀ ਹੋ ਗਈ ਹੈ। ਸੋ ਕਿਉਂਕਿ ਤੇ ਐਜ਼ ਜਿਹੜਾ ਹੈ ਉਹ ਸਬਆਰਡੀਨੇਟ ਕੰਜੰਕਸ਼ਨ ਹੈ। ਹੀ ਸਟੱਡੀਡ ਹਾਰਡ ਇਨ ਆਰਡਰ ਦੈਟ ਹੀ ਮਾਈਟ ਪਾਸ। ਉਹਨੇ ਸਖਤ ਮਿਹਨਤ ਕੀਤੀ, ਉਹਨੇ ਡਟ ਕੇ ਪੜ੍ਹਾਈ ਕੀਤੀ, ਉਹਨੇ ਮਨ ਲਾ ਕੇ ਉਹਨੇ ਬੜੀ ਮਿਹਨਤ ਨਾਲ ਪੜ੍ਹਾਈ ਕੀਤੀ, ਇਨ ਆਰਡਰ ਦੈਟ ਤਾਂ ਕਿ ही माइट पास, वो पास हो जाए। सो इन ऑर्डर दैट जिहड़ा हैगा वो हैगा सबऑर्डिनेट कंजंक्शन। ही कैरीड अ स्टिक इन हिज हैंड लेस्ट। अच्छा इत्थे मैं भुल गया बच्चों, इत्थे मैं कर दिना लेस्ट हैगा, ये तुहाडा हैगा की कहंदे ही कैरीड अ स्टिक इन हिज हैंड लेस्ट ही शुड स्टंबल। लेस्ट मैंने किते किते वो ठेडा ना खा जाए। ही कैरीड अ स्टिक, ਉਹਨੇ ਹੱਥ ਵਿੱਚ ਸੋਟੀ ਚੁੱਕੀ। ਹੀ ਕੈਰੀਡ ਅ ਸਟਿਕ ਇਨ ਹਿਜ਼ ਹੈਂਡ, ਉਹਨੇ ਹੱਥ ਵਿੱਚ ਸੋਟੀ ਲਈ। ਲੈਸਟ ਹੀ ਸ਼ੁੱਡ ਸਟੰਬਲ, ਸਟੰਬਲ ਹੁੰਦਾ ਹੈ ਠੇਡਾ ਖਾਣਾ, ਠੀਕ ਹੈ, ਕਿਤੇ ਉਹ ਠੇਡਾ ਨਾ ਖਾ ਜਾਏ। ਹੀ ਥ੍ਰੈਟਨਡ ਟੂ ਡਿਸਮਿਸ ਹਿਮ। ਡਿਸਮਿਸ ਹੁੰਦਾ ਨੌਕਰੀ ਚੋਂ ਕੱਢ ਦੇਣਾ। ਥ੍ਰੈਟ ਮੈਨੇ ਹੁੰਦਾ ਹੈ ਧਮਕੀ, ਜੇ ਹੋਏ ਨਾਮ, ਠੀਕ ਹੈ। ਥ੍ਰੈਟ ਧਮਕੀ, ਤੇ ਥ੍ਰੈਟਨ ਹੁੰਦਾ ਧਮਕੀ ਦੇਣੀ। ਥ੍ਰੈਟਨ ਮੈਨੇ ਧਮਕੀ ਦਿੱਤੀ। ਹੀ ਥ੍ਰੈਟਨਡ ਟੂ ਡਿਸਮਿਸ ਹਿਮ, ਉਹਨੇ ਉਹਨੂੰ ਨੌਕਰੀ ਨੌਕਰੀ ਚੋਂ ਕੱਢਣ ਦਾ ਡਰਾਵਾ ਦਿੱਤਾ, ਧਮਕੀ ਦਿੱਤੀ। ਅਨਲੈਸ ਹੀ ਕਨਫੈਸ, ਕਨਫੈਸ ਹੁੰਦਾ ਹੈ ਆਪਣੇ ਕਿਸੇ ਗਲਤੀ ਨੂੰ, ਇਲਜ਼ਾਮ ਨੂੰ ਮੰਨ ਲੈਣਾ। ਕਨਫੈਸਡ ਹਿਜ਼ ਗਿਲਟ, ਗਿਲਟ ਹੁੰਦੀ ਗੁਨਾਹ, ਅਪਰਾਧ। ਅਨਲੈਸ ਹੀ ਕਨਫੈਸਡ ਹਿਜ਼ ਗਿਲਟ, ਜਦੋਂ ਤਾਈ ਉਹ ਆਪਣੀ ਗਲਤੀ ਨਹੀਂ ਮੰਨਦਾ ਉਹਨੇ ਉਹਨੂੰ ਨੌਕਰੀ ਚੋਂ ਕੱਢਣ ਦੀ ਧਮਕੀ ਦਿੱਤੀ, ਜੇ ਉਹ ਆਪਣੀ ਗਲਤੀ ਨਹੀਂ ਮੰਨਦਾ, ਠੀਕ ਹੈ। ਹੀ ਰਿਮੇਨਡ ਸਾਇਲੈਂਟ, ਉਹ ਚੁੱਪ ਰਿਹਾ। ਵੈਨ ਹੀ ਹਰਡ ਦੈਟ, ਜਦੋਂ ਉਹਨੇ ਉਹ ਗੱਲ ਸੁਣੀ, ਜਦੋਂ ਉਹਨੇ ਉਹ ਗੱਲ ਸੁਣੀ। ਹਰਡ ਦੈਟ ਮੈਨੇ ਉਹ, ਹਰਡ ਸੁਣੀ, ਹੀਅਰ ਸੁਣਨਾ, ਵੈਨ ਜਦੋਂ। ਹੀ ਰਿਮੇਨਡ ਸਾਇਲੈਂਟ, ਉਹ ਚੁੱਪ ਰਿਹਾ। ਵੈਨ ਹੀ ਹਰਡ ਦੈਟ, ਜਦੋਂ ਉਹਨੇ ਇਹ ਗੱਲ ਸੁਣੀ। ਬੱਚੋ ਦੇਖੋ ਇਹ ਸੈਂਟੈਂਸਿਸ ਜਿਹੜੇ ਨੇ ਆਮ ਵਰਤੋਂ ਵਿਹਾਰ ਵਾਲੇ ਸੈਂਟੈਂਸਿਸ ਨੇ, ਬੜੇ ਸੋਹਣੇ ਤੁਹਾਡੇ ਲਈ ਕਿਤਾਬ 'ਚ ਅਰੇਂਜ ਕੀਤੇ ਨੇ। ਸੋ ਇਹਨਾਂ ਸੈਂਟੈਂਸਿਸ ਨੂੰ ਤੁਸੀਂ ਪੜ੍ਹ ਕੇ ਥੋੜ੍ਹਾ ਬਹੁਤ ਇਹਨਾਂ ਨੂੰ ਕੰਠ ਕਰਕੇ ਬੋਲਣ ਦਾ ਅਭਿਆਸ ਵੀ ਕਰ ਸਕਦੇ ਹੋ। ਇਹ ਰੋਜ਼ਮर्रा ਦੀ ਬੋਲਣ ਵਾਲੀ ਤੇ ਲਿਖਣ ਵਾਲੀ ਅੰਗਰੇਜ਼ੀ ਵਿੱਚ ਵਰਤੋਂ ਜਾਣ ਵਾਲੇ ਇਹ ਸੈਂਟੈਂਸਿਸ ਨੇ। ਵੀ ਨੈਵਰ ਅੰਡਰਸਟੂਡ, ਅਸੀਂ ਕਦੀ ਸਮਝ ਨਹੀਂ ਪਾਏ। ਅੰਡਰਸਟੈਂਡ ਸਮਝਣਾ, ਅੰਡਰਸਟੂਡ ਸਮਝੇ। ਨੈਵਰ ਮੈਨੇ ਕਦੀ ਵੀ ਨਹੀਂ। ਵੀ ਨੈਵਰ ਅੰਡਰਸਟੂਡ, ਅਸੀਂ ਕਦੀ ਸਮਝ ਨਹੀਂ ਪਾਏ। ਵਾਈ, ਕੀ, ਕਿਉਂ। ਵਾਈ ਹੀ ਬਿਹੇਵਡ ਇਨ ਦੈਟ ਸਿਲੀ ਵੇ, ਬਿਹੇਵ ਮੈਨੇ ਉਹਨੇ ਇੱਦਾਂ ਵਰਤਾਵ ਕਿਉਂ ਕੀਤਾ। ਇਨ ਸਿਲੀ ਮੈਨੇ ਮੂਰਖਤਾਪੂਰਨ, ਵੇ ਮੂਰਖਤਾਪੂਰਨ ਤਰੀਕੇ ਦੇ ਨਾਲ। ਕਹਿੰਦੇ ਵੀ ਨੈਵਰ ਅੰਡਰਸਟੂਡ, ਅਸੀਂ ਕਦੀ ਸਮਝ ਨਹੀਂ ਪਾਏ ਕਿ ਉਹਨੇ, ਹੀ ਬਿਹੇਵਡ ਇਨ ਦੈਟ ਸਿਲੀ ਵੇ, ਕਿਉਂ ਉਹਨੇ ਇਸ ਤਰ੍ਹਾਂ ਦਾ ਮੂਰਖਤਾਪੂਰਨ ਵਿਹਾਰ ਕਿਉਂ ਕੀਤਾ। ਵੀ ਸ਼ੈਲ ਲੀਵ ਦੀ ਕਲਾਸ, ਅਸੀਂ ਕਲਾਸ ਚੋਂ ਚਲੇ ਜਾਵਾਂਗੇ। ਐਜ਼ ਸੂਨ ਐਜ਼ ਯੂ ਸਟਾਰਟ ਸਪੀਕਿੰਗ, ਜਿੱਦਾਂ ਹੀ ਤੁਸੀਂ ਬੋਲਣਾ ਸ਼ੁਰੂ ਕਰੋਗੇ, ਠੀਕ ਹੈ। ਜਿੱਦਾਂ ਹੀ ਤੂੰ ਬੋਲਣਾ ਸ਼ੁਰੂ ਕਰੇਗਾ, ਵੀ ਸ਼ੈਲ ਲੀਵ ਦਾ ਕਲਾਸ, ਅਸੀਂ ਕਲਾਸ ਚੋਂ ਨਿਕਲ ਜਾਵਾਂਗੇ। ਐਜ਼ ਸੂਨ ਐਜ਼ ਮੈਨੇ ਜਿਵੇਂ ਹੀ। ਹੀ ਵਿਸ਼ ਟੂ ਨੋ, ਉਹਨੇ ਜਾਣਨਾ ਚਾਹਿਆ।
ਵਿਸ਼ ਹੁੰਦੀ ਹੈ ਚਾਹ, ਵਿਸ਼ ਮਨੇ ਚਾਹਿਆ, ਟੂ ਨੋ ਜਾਣਨੀ, ਜਾਣਨਾ ਚਾਹਿਆ, ਵੈਦਰ ਕਿ ਆਈ ਵਾਜ਼ ਰੈਡੀ ਟੂ ਅਕੰਪਨੀ ਹਿਮ, ਕਿ ਮੈਂ ਉਹਦੇ ਨਾਲ ਜਾਣ ਨੂੰ ਤਿਆਰ ਹਾਂ, ਮੈਂ ਉਹਦੇ ਨਾਲ ਜਾਣ ਨੂੰ ਤਿਆਰ ਸੀ। ਆਈ ਵਾਜ਼ ਰੈਡੀ ਟੂ ਅਕੰਪਨੀ ਹਿਮ, ਟੂ ਅਕੰਪਨੀ ਹੁੰਦਾ ਹੈ ਕਿਸੇ ਦੀ ਸੰਗਤ ਵਿੱਚ, ਮਤਲਬ ਕਿਸੇ ਦੇ ਨਾਲ ਜਾਣਾ, ਕਿਸੇ ਦਾ ਸੰਗ ਕਰਨਾ, ਠੀਕ ਹੈ। ਟੂ ਅਕੰਪਨੀ ਹਿਮ, ਹੀ ਵਿਸ਼ ਟੂ ਨੋ, ਉਹਨੇ ਜਾਣਨਾ ਚਾਹਿਆ, ਵੈਦਰ ਆਈ ਵਾਜ਼ ਰੈਡੀ ਟੂ ਅਕੰਪਨੀ ਹਿਮ, ਕਿ ਮੈਂ ਉਹਦੇ ਨਾਲ ਜਾਣ ਨੂੰ ਤਿਆਰ ਸੀ। ਇਫ ਹੀ ਇਜ਼ ਹੇਅਰ ਆਈ ਸ਼ੈਲ ਕਾਲ ਔਨ ਹਿਮ, ਅਗਰ ਉਹ ਇੱਥੇ ਹੈ ਤੇ ਮੈਂ ਉਹਨੂੰ ਮਿਲਾਂਗਾ। ਆਈ ਸ਼ੈਲ ਕਾਲ ਔਨ ਹਿਮ ਮਨੇ ਉਹਨਾਂ ਨਾਲ ਗੱਲਬਾਤ ਕਰਾਂਗਾ, ਮਿਲਾਂਗਾ ਉਹਨੂੰ, ਹੈਲੋ ਹਾਈ ਕਰਾਂਗਾ। ਇਫ ਹੀ ਇਜ਼ ਹੇਅਰ, ਅਗਰ ਉਹ ਇੱਥੇ ਹੈ ਤੇ। ਹੀ ਵਾਜ਼ ਅਲਾਰਮਡ, ਅਲਾਰਮਡ ਮਨੇ ਉਹ ਇੱਕਦਮ ਘਬਰਾਇਆ, ਉਹ ਘਬਰਾ ਗਿਆ। ਲੈਸਟ ਕਿਤੇ, ਹੀ ਸ਼ੁੱਡ ਬੀ ਟੇਕਨ ਇਨ, ਕਿਤੇ ਉਹਨੂੰ ਸ਼ਾਮਿਲ ਨਾ ਕਰ ਲਿਆ ਜਾਵੇ। ਟੇਕਨ ਇਨ ਮਤਲਬ ਅੰਦਰ ਨਾ ਲੈ ਲਿਆ ਜਾਵੇ, ਅਰਥਾਤ ਟੂ ਟੇਕ ਇਨ ਹੁੰਦਾ ਵੀ ਗਰੁੱਪ ਵਿੱਚ, ਕਿਸੇ ਚੀਜ਼ ਵਿੱਚ, ਕਿਸੇ ਜਗ੍ਹਾ ਵਿੱਚ ਸ਼ਾਮਿਲ ਨਾ ਕਰ ਲਿਆ ਜਾਵੇ। ਹੀ ਵਾਜ਼ ਅਲਾਰਮਡ ਲੈਸਟ ਹੀ ਸ਼ੁੱਡ ਬੀ ਟੇਕਨ ਇਨ, ਉਹ ਇਸ ਗੱਲ ਤੋਂ ਘਬਰਾਇਆ ਕਿ ਕਿਤੇ ਉਹਨੂੰ ਨਾਲ ਨਾ ਰਲਾ ਲਿਆ ਜਾਵੇ। Exercise 7, combine the following sets of sentences by using suitable connectors। ਇਹਦੇ ਵਿੱਚ ਬੱਚੋ ਕਈ ਜਗ੍ਹਾ ਹੁਣ suitable connectors ਨੇ, ਸੋ ਅਸੀਂ ਕਿਤੇ ਕਿਤੇ ਇੱਕ ਨਾਲੋਂ ਵੱਧ ਆਨਸਰਸ ਮੁਮਕਿਨ ਨੇ ਤੇ ਮੈਂ ਵੱਧ ਆਨਸਰਸ ਲਿਖ ਦਿੱਤੇ ਨੇ, ਤਾਂ ਕਿ ਤੁਸੀਂ ਇਸ ਚੀਜ਼ ਨੂੰ ਦੇਖੋ ਵੀ ਕਿਸ ਢੰਗ ਦੇ ਨਾਲ ਇੱਕੋ ਗੱਲ ਨੂੰ ਅਸੀਂ 2 ਜਾਂ 3 ਤਰੀਕਿਆਂ ਨਾਲ ਪੇਸ਼ ਕਰ ਸਕਦੇ ਹਾਂ। ਇਟ ਮੇ ਰੇਨ, ਸ਼ਾਇਦ ਮੀਂਹ ਪਵੇ। ਟੇਕ ਐਨ ਅੰਬਰੇਲਾ, ਇੱਕ ਛਤਰੀ ਲੈ ਲਓ, ਠੀਕ ਹੈ। ਸੋ ਇਹਨਾਂ ਦਾ ਕਹਿ ਸਕਦੇ ਇਟ ਮੇ ਰੇਨ ਕੌਮਾ ਸੋ ਟੇਕ ਐਨ ਅੰਬਰੇਲਾ, ਮੀਂਹ ਪੈ ਸਕਦਾ ਇਸ ਕਰਕੇ ਛਤਰੀ ਲੈ ਲਓ, ਦੋਨਾਂ ਨੂੰ ਕੰਬਾਈਨ ਕਰਤਾ। ਜਾਂ ਫਿਰ ਟੇਕ ਐਨ ਅੰਬਰੇਲਾ ਐਜ਼ ਇਟ ਮੇ ਰੇਨ, ਛਤਰੀ ਲੈ ਲਓ ਕਿਉਂਕਿ ਮੀਂਹ ਪੈਣ ਵਾਲਾ ਹੈ, ਠੀਕ ਹੈ। ਡੂ ਨਾਟ ਗੋ ਆਊਟ ਇਨ ਦਿਸ ਰੇਨ, ਇਸ ਮੀਂਹ ਵਿੱਚ ਬਾਹਰ ਨਾ ਜਾਓ। ਯੂ ਮੇ ਕੈਚ ਅ ਕੋਲਡ, ਕਿਤੇ ਤੁਹਾਨੂੰ ਠੰਡ ਨਾ ਲੱਗ ਜਾਏ, ਤੁਹਾਨੂੰ ਠੰਡ ਲੱਗ ਸਕਦੀ ਹੈ, ਠੀਕ ਹੈ। ਸੋ ਇਹਨਾਂ ਦਾ ਕਹਿ ਸਕਦੇ ਡੂ ਨਾਟ ਗੋ ਆਊਟ ਇਨ ਦਿਸ ਰੇਨ ਐਜ਼ ਯੂ ਮੇ ਕੈਚ ਅ ਕੋਲਡ, ਉਹੀ ਗੱਲ ਜਿੱਦਾਂ ਇੱਦਾਂ ਸੀਗੀ, ਠੀਕ ਹੈ ਨਾ। ਇੱਥੇ ਐਜ਼ ਹੈਗਾ, ਇੱਥੇ ਸੋ ਸੀ, ਇਸ ਕਰਕੇ ਇੱਥੇ ਸੋ ਦੀ ਜਗ੍ਹਾ ਐਜ਼ ਆਏਗਾ, ਠੀਕ ਹੈ। ਡੂ ਨਾਟ ਗੋ ਆਊਟ ਇਨ ਦਿਸ ਰੇਨ ਐਜ਼ ਯੂ ਮੇ ਕੈਚ ਅ ਕੋਲਡ, ਜਾਂ ਡੂ ਨਾਟ ਗੋ ਆਊਟ ਇਨ ਦਿਸ ਰੇਨ ਲੈਸਟ ਯੂ ਸ਼ੁੱਡ ਕੈਚ ਅ ਕੋਲਡ, ਕਿਤੇ ਤੁਹਾਨੂੰ ਠੰਡ ਨਾ ਲੱਗ ਜਾਏ, ਮੀਂਹ 'ਚ ਬਾਹਰ ਨਾ ਜਾਓ। ਫਿਰ ਹੈਗਾ ਵਰਕ ਹਾਰਡ ਅਦਰਵਾਈਜ਼ ਯੂ ਵਿਲ ਫੇਲ, ਮਿਹਨਤ ਕਰੋ ਨਹੀਂ ਤੇ ਅਦਰਵਾਈਜ਼ ਨਹੀਂ ਤੇ ਤੁਸੀਂ ਫੇਲ ਹੋ ਜਾਓਗੇ। ਸੋ ਵਰਕ ਹਾਰਡ ਕੌਮਾ ਔਰ ਯੂ ਵਿਲ ਫੇਲ, ਮਿਹਨਤ ਕਰੋ ਨਹੀਂ ਤੇ ਫੇਲ ਹੋ ਜਾਓਗੇ। ਅਨਲੈਸ ਯੂ ਵਰਕ ਹਾਰਡ, ਜੇ ਤੁਸੀਂ ਮਿਹਨਤ ਨਹੀਂ ਕਰਦੇ, ਯੂ ਵਿਲ ਫੇਲ, ਤੁਸੀਂ ਫੇਲ ਹੋ ਜਾਓਗੇ। ਸੋ ਅਸੀਂ ਔਰ ਵੀ ਵਰਤ ਸਕਦੇ ਹਾਂ, ਅਨਲੈਸ ਵੀ ਵਰਤ ਸਕਦੇ ਹਾਂ। ਅੱਗੇ ਦੇਖੀਏ, ਇਟ ਵਾਜ਼ ਰੇਨਿੰਗ ਹਾਰਡ ਆਈ ਸਟੇਡ ਐਟ ਹੋਮ, ਅਰਥਾਤ ਰੇਨਿੰਗ ਹਾਰਡ ਮੈਨੇ ਬਹੁਤ ਮੋਹਲੇਧਾਰ ਮੀਂਹ ਪੈ ਰਿਹਾ ਸੀ, ਬਹੁਤ ਤੇਜ਼ ਮੀਂਹ ਪੈ ਰਿਹਾ ਸੀ। ਆਈ ਸਟੇਡ ਐਟ ਹੋਮ, ਮੈਂ ਘਰ ਹੀ ਰਿਹਾ, ਬਾਹਰ ਨਹੀਂ ਗਿਆ। ਸੋ ਇਹਨੂੰ ਇੱਦਾਂ ਲਿਖ ਸਕਦੇ ਹਾਂ, ਇਟ ਵਾਜ਼ ਰੇਨਿੰਗ ਹਾਰਡ ਸੋ ਆਈ ਸਟੇਡ ਐਟ ਹੋਮ, ਮੀਂਹ ਬਹੁਤ ਜ਼ੋਰ ਦੀ ਪੈ ਰਿਹਾ ਸੀ ਇਸ ਲਈ ਮੈਂ ਘਰ ਰਿਹਾ। ਬਿਕੋਜ਼ ਇਟ ਵਾਜ਼ ਰੇਨਿੰਗ ਹਾਰਡ, ਕਿਉਂਕਿ ਮੀਂਹ ਬਹੁਤ ਜ਼ੋਰ ਦੀ ਪੈ ਰਿਹਾ ਸੀਗਾ, ਆਈ ਸਟੇਡ ਐਟ ਹੋਮ, ਮੈਂ ਘਰ ਹੀ ਰਿਹਾ। ਜਾਂ ਅਸੀਂ ਇੱਦਾਂ ਕਹਿ ਸਕਦੇ ਹਾਂ, ਆਈ ਸਟੇਡ ਐਟ ਹੋਮ ਐਜ਼ ਇਟ ਵਾਜ਼ ਰੇਨਿੰਗ ਹਾਰਡ, ਮੈਂ ਘਰ ਹੀ ਰਿਹਾ ਕਿਉਂਕਿ ਮੀਂਹ ਪੈ ਰਿਹਾ ਸੀ ਤੇਜ਼। ਜਾਂ ਆਈ ਸਟੇਡ ਐਟ ਹੋਮ ਬਿਕੋਜ਼ ਇਟ ਵਾਜ਼ ਰੇਨਿੰਗ ਹਾਰਡ, ਐਜ਼ ਦੀ ਜਗ੍ਹਾ ਬਿਕੋਜ਼ ਵੀ ਲਿਖ ਸਕਦਾ। ਆਈ ਸਟੇਡ ਐਟ ਹੋਮ ਬਿਕੋਜ਼ ਇਟ ਵਾਜ਼ ਰੇਨਿੰਗ ਹਾਰਡ, ਮੈਂ ਘਰ ਹੀ ਰਿਹਾ ਕਿਉਂਕਿ ਮੀਂਹ ਬਹੁਤ ਤੇਜ਼ ਪੈ ਰਿਹਾ ਸੀਗਾ। ਜਾਂ ਆਈ ਸਟੇਡ ਐਟ ਹੋਮ ਸਿੰਸ ਇਟ ਵਾਜ਼ ਰੇਨਿੰਗ ਹਾਰਡ, ਮੈਂ ਘਰ ਹੀ ਰਿਹਾ ਕਿਉਂਕਿ ਮੀਂਹ ਬਹੁਤ ਤੇਜ਼ ਪੈ ਰਿਹਾ ਸੀਗਾ। ਸੋ ਇਸ ਗੱਲ ਨੂੰ ਅਸੀਂ 5 ਵੱਖ-ਵੱਖ ਤਰੀਕਿਆਂ ਦੇ ਨਾਲ ਕਹਿ ਸਕਦੇ ਹਾਂ, ਠੀਕ ਹੈ। ਹੁਣ ਇਹ ਦੇਖੀਏ, ਆਈ ਈਟ, ਮੈਂ ਭੋਜਨ ਖਾਂਦਾ ਹਾਂ। ਆਈ ਐਮ ਹੰਗਰੀ, ਮੈਨੂੰ ਭੁੱਖ ਲੱਗੀ ਹੈ, ਠੀਕ ਹੈ। ਇਹਨੂੰ ਕਿੱਦਾਂ ਕਹਿ ਸਕਦੇ ਹਾਂ, ਆਈ ਈਟ ਐਜ਼ ਆਈ ਐਮ ਹੰਗਰੀ, ਮੈਂ ਖਾਣਾ ਖਾਂਦਾ ਹਾਂ ਕਿਉਂਕਿ ਮੈਨੂੰ ਭੁੱਖ ਲੱਗੀ ਹੈ। ਆਈ ਈਟ ਸਿੰਸ ਆਈ ਐਮ ਹੰਗਰੀ, ਮੈਂ ਖਾਣਾ ਖਾਂਦਾ ਹਾਂ ਕਿਉਂਕਿ ਮੈਨੂੰ ਭੁੱਖ ਲੱਗੀ ਹੈ। ਆਈ ਈਟ ਬਿਕੋਜ਼ ਆਈ ਐਮ ਹੰਗਰੀ, ਸੋ ਐਜ਼, ਸਿੰਸ ਤੇ ਬਿਕੋਜ਼ ਤਿੰਨਾਂ ਦਾ ਇਸ ਸੰਦਰਭ ਵਿੱਚ ਇੱਕੋ ਹੀ ਮਤਲਬ ਹੈ, ਕਿਉਂਕਿ, ਠੀਕ ਹੈ। ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ, ਆਈ ਐਮ ਹੰਗਰੀ ਕੌਮਾ ਸੋ ਆਈ ਈਟ, ਮੈਨੂੰ ਭੁੱਖ ਲੱਗੀ ਹੈ ਇਸ ਲਈ ਮੈਂ ਖਾਂਦਾ। ਜਾਂ ਫਿਰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ, ਬਿਕੋਜ਼ ਆਈ ਐਮ ਹੰਗਰੀ, ਕਿਉਂਕਿ ਮੈਨੂੰ ਭੁੱਖ ਲੱਗੀ ਹੈ, ਆਈ ਈਟ, ਮੈਂ ਖਾਣਾ ਖਾਂਦਾ, ਠੀਕ ਹੈ ਬੱਚੇ। ਦੇਖੋ ਇਹ ਬੜੀ ਮਜ਼ੇਦਾਰ ਗੱਲ ਹੈ, ਤੁਸੀਂ ਇਹਨਾਂ ਨੂੰ ਇਹ 5 ਜਿਹੜੇ ਤਰੀਕੇ ਨੇ ਇਹਨਾਂ ਨੂੰ ਨੋਟ ਕਰ ਲਓ ਤੇ ਬਾਰ-ਬਾਰ ਪੜ੍ਹੋ ਤੇ ਦੇਖੋ ਕੀ ਫਰਕ ਹੈ, ਤੇ ਫਿਰ ਬਿਨਾਂ ਦੇਖੇ ਜ਼ੁਬਾਨੀ ਲਿਖਣ ਦਾ ਯਤਨ ਕਰੋ ਤੇ ਦੇਖੋ ਤੁਹਾਡੀ ਅੰਗਰੇਜ਼ੀ ਦੀ ਜਿਹੜੀਆਂ ਕਾਫੀ ਸਾਰੀਆਂ ਸਮੱਸਿਆਵਾਂ ਇੱਦਾਂ ਦੀ ਮਿਹਨਤ ਕਰ ਕਰਕੇ ਹੱਲ ਹੋ ਜਾਣਗੀਆਂ। ਅੱਗੇ ਦੇਖੀਏ, ਯੂ ਸੇ ਸੋ ਆਈ ਮਸਟ ਬਿਲੀਵ ਇਟ, ਤੁਸੀਂ ਇੱਦਾਂ ਕਹਿ ਰਹੇ ਹੋ, ਮੈਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ।
ਕੋਈ ਬੰਦਾ ਕਹਿ ਰਿਹਾ ਇੱਕ ਦੂਜੇ ਨੂੰ, ਉੱਤੇ ਭਰੋਸਾ ਹੈ, ਉਹਦਾ ਨੇੜਲਾ ਬੰਦਾ ਹੈ, ਕਹਿੰਦੇ ਤੁਸੀਂ ਇਦਾਂ ਕਹਿੰਦੇ ਹੋ ਤੇ ਠੀਕ ਹੈ, ਮੈਨੂੰ ਤੁਹਾਡੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਸੋ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਈ ਤਰੀਕਿਆਂ ਦੇ ਨਾਲ, I must believe it, I must believe it as you say so, ਮੈਨੂੰ ਇਹ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿਉਂਕਿ ਤੁਸੀਂ ਇਦਾਂ ਕਹਿੰਦੇ ਹੋ। I must believe it since you say so, ਕਿਉਂਕਿ ਤੁਸੀਂ ਇਦਾਂ ਕਹਿੰਦੇ ਹੋ। I must believe it because you say so, ਸੋ ਇਹ ਦੇਖੋ as, since ਤੇ because, ਠੀਕ ਹੈ, ਇੱਕ ਤਰੀਕਾ ਇਹ ਹੋ ਗਿਆ। ਤਿੰਨਾਂ ਨੂੰ ਤੁਸੀਂ ਇੱਕੋ ਜਿਹਾ ਫਰਕ ਹੈਗਾ, ਇੱਕੋ ਜਿਹਾ ਢਾਂਚਾ ਹੈ, ਸਿੰਟੈਕਸ ਸੈਂਟੈਂਸਿਸ ਇੱਕੋ ਜਿਹਾ ਹੈ, ਸਿਰਫ as, since ਤੇ because ਦਾ ਫਰਕ ਹੈ। ਜਾਂ ਫਿਰ ਇੱਧਰੋਂ ਦੀ ਸ਼ੁਰੂ ਕਰ ਲਓ ਪਹਿਲੇ, you say so, ਤੁਸੀਂ ਇਦਾਂ ਕਹਿੰਦੇ ਹੋ, so I must believe it, ਇਸ ਕਰਕੇ ਮੈਨੂੰ ਇੱਥੇ believe ਕਰਨਾ ਚਾਹੀਦਾ ਹੈ। ਜਾਂ because you say so, ਕਿਉਂਕਿ ਤੁਸੀਂ ਇਦਾਂ ਕਹਿੰਦੇ ਹੋ, I must believe it, ਮੈਨੂੰ ਇੱਥੇ ਵਿਸ਼ਵਾਸ ਕਰਨਾ ਚਾਹੀਦਾ ਹੈ। He is very poor, he is contented, ਹੁਣ contented ਦਾ ਮਤਲਬ ਕੀ ਹੁੰਦਾ ਹੈ? ਸੰਤੋਖੀ। ਕੰਟੈਂਟ ਮੈਨੇ ਜਿਹਨੂੰ ਕੋਈ ਉਲਾਮਾ ਨਹੀਂ, ਜਿਹੜਾ ਸਬਰ ਸੰਤੋਖ ਵਾਲਾ ਬੰਦਾ ਹੈ, ਉਹਨੂੰ ਅਸੀਂ ਕਹਿੰਦੇ ਨੇ ਹੀ ਇਜ਼ ਅ ਵੈਰੀ ਕੰਟੈਂਟਡ ਮੈਨ, ਵੀ ਇਹਦੇ 'ਚ ਬੜਾ ਸੰਤੋਖ ਹੈ, ਇਹ ਕਦੀ ਕੋਈ ਉਲਾਮੇ ਨਹੀਂ ਦਿੰਦਾ, ਕਦੀ ਕੋਈ ਸ਼ਿਕਾਇਤਾਂ ਨਹੀਂ ਕਰਦਾ, ਭਗਤ ਬੰਦਾ ਹੈ, ਠੀਕ ਹੈ। ਹੀ ਇਜ਼ ਵੈਰੀ ਪੂਅਰ, ਬੜਾ ਗਰੀਬ ਹੈ, ਹੀ ਇਜ਼ ਕੰਟੈਂਟਡ, ਉਹ ਸੰਤੋਖੀ ਹੈ। ਹੀ ਇਜ਼ ਵੈਰੀ ਪੂਅਰ ਯਟ ਹੀ ਇਜ਼ ਕੰਟੈਂਟਡ, ਉਹ ਬੜਾ ਗਰੀਬ ਹੈ ਫਿਰ ਵੀ ਸੰਤੋਖੀ ਹੈ। I am going to Delhi, I am expecting a merry time, ਮੈਂ ਦਿੱਲੀ ਜਾ ਰਿਹਾ ਹਾਂ, I am expecting a merry time, ਮੈਂ ਉੱਥੇ ਖੂਬ ਮौज ਮਸਤੀ ਦੀ ਆਸ ਲਾਈ ਬੈਠਾ ਹਾਂ। So I am going to Delhi, comma, and I am expecting a merry time, ਸੋ ਇਹਦਾ ਕੋਮਾ ਲਗਾ ਕੇ and ਨਾਲ ਅਸੀਂ and ਜਿਹੜਾ ਹੈਗਾ ਕੰਜੰਕਸ਼ਨ ਇਹਦਾ ਜੋੜ ਦੇਣਾ, ਠੀਕ ਹੈ। ਅੱਗੇ ਚਲੀਏ, ਹੁਣ ਆ ਗਿਆ 9th, ਦੇਖੀਏ ਦਾ, ਇਹ ਆਖਰੀ ਤੁਹਾਡੀ ਸਲਾਈਡ ਹੈ, ਐਕਸਰਸਾਈਜ਼ ਆਖਰੀ ਦਾ 2 ਪਾਰਟ ਨੇ ਇਹਦੇ। I did not listen to him, ਮੈਂ ਉਹਦੀ ਗੱਲ ਨਹੀਂ ਸੁਣੀ। ਇੱਥੇ ਲਿਸਨ ਟੂ ਦਾ ਮਤਲਬ ਵੀ ਮੈਂ ਉਹਦੀ ਸਲਾਹ ਨਹੀਂ ਮੰਨੀ, ਇਹਦਾ ਮਤਲਬ ਉਹਨੇ ਮੈਨੂੰ ਕੋਈ ਗੱਲ ਸਮਝਾਈ ਸੀ, ਕੋਈ ਚੰਗੀ ਨੇਕ ਸਲਾਹ ਦਿੱਤੀ ਸੀ, ਮੈਂ ਧਿਆਨ ਨਹੀਂ ਦਿੱਤਾ। I did not listen to him, ਮੈਂ ਉਹਦੀ ਗੱਲ ਨਹੀਂ ਸੁਣੀ। I failed badly, ਅਰਥਾਤ ਮੈਂ ਬੜੀ ਬੁਰੀ ਤਰ੍ਹਾਂ ਅਸਫਲ ਹੋਇਆ, ਠੀਕ ਹੈ। ਸੋ ਇਹਨੂੰ ਇੱਦਾਂ ਲਿਖ ਸਕਦੇ ਹਾਂ, I did not listen to him, so I failed badly, ਇਸ ਕਰਕੇ because I did not listen to him, ਕਿਉਂਕਿ ਮੈਂ ਉਹਦੀ ਗੱਲ ਨਹੀਂ ਸੁਣੀ, I failed badly, ਕੋਮਾ ਕਰਕੇ ਇੱਥੇ ਕੋਮਾ ਲਗਾ ਲੈਣਾ। ਜਾਂ ਫਿਰ I failed badly as I did not listen to him, ਉਹੀ ਗੱਲ ਜਿਹਦਾ ਪਹਿਲੇ ਅਸੀਂ ਕੀਤਾ ਸੀਗਾ, I failed badly since I did not listen to him, I failed badly because I did not listen to him, ਠੀਕ ਹੈ। ਅੱਗੇ ਚਲੀਏ, you will succeed, ਤੁਸੀਂ ਕਾਮਯਾਬ ਹੋਵੋਗੇ। You should work hard, ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ। So you will succeed if you should work hard, ਤੁਸੀਂ ਕਾਮਯਾਬ ਹੋਵੋਗੇ ਜੇ ਤੁਸੀਂ ਡਟ ਕੇ ਮਿਹਨਤ ਕਰੋ। If you should work hard, ਜੇ ਤੁਸੀਂ ਡਟ ਕੇ ਮਿਹਨਤ ਕਰੋ, you will succeed, ਸੋ ਅਸੀਂ you will succeed if you ਇੱਦਾਂ ਕਰਕੇ ਲਿਖ ਸਕਦੇ ਹਾਂ, ਤੇ ਸਟਾਰਟਿੰਗ ਇੱਧਰੋਂ ਕਰਕੇ ਤਾਂ ਵੀ ਇਸ ਤਰ੍ਹਾਂ ਲਿਖ ਸਕਦੇ ਹਾਂ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਅਗਲੀਆਂ ਐਕਸਰਸਾਈਜ਼ਸ 5th 6th ਐਂਡ 7th, ਤੋਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਦੇ ਨਾਲ ਲੱਗੇ ਰਹੋ। ਤੇ 9th ਕਲਾਸ ਦੀਆਂ ਪਲੇਲਿਸਟਾਂ ਹੋਰ ਵੀ ਹੈਗੀਆਂ ਇਸੇ ਚੈਨਲ ਤੇ, 9th ਸਾਇੰਸ, 9th ਮੈਥ, 9th ਮੈਥ ਨੋਟਸ ਤੇ 9th ਆਪਣਾ ਤੁਹਾਡੀ ਇੰਗਲਿਸ਼ MCB, ਉਹ ਪਲੇਲਿਸਟਾਂ ਵੀ ਦੇਖੋ ਤੇ ਉਹਨਾਂ ਦਾ ਲਾਹਾ ਵੀ ਲਵੋ। ਸੋ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਥੈਂਕ ਯੂ ਵੈਰੀ ਮਚ।